ਮੈਂ ਹਰਵਿੰਦਰ ਕੌਰ, ਅਸਿਸਟੈਂਟ ਪ੍ਰੋਫੈਸਰ, ਪੋਸਟ ਗ੍ਰੈਜੂਏਟ, ਪੰਜਾਬੀ ਵਿਭਾਗ, GGD, SG ਕਾਲਜ, ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ। ਅੱਜ ਤੁਹਾਡੇ ਨਾਲ ਭਾਈ ਵੀਰ ਸਿੰਘ ਦੀਆਂ ਦੋ ਕਵਿਤਾਵਾਂ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ, ਵਿਛੋੜਾ ਵਸਲ ਦੀ ਵਿਆਖਿਆ ਸੰਬੰਧੀ ਗੱਲ ਕਰਾਂਗੀ। ਇਹਨਾਂ ਕਵਿਤਾਵਾਂ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ BCA ਸਮੈਸਟਰ ਤੀਜੇ ਦੀ ਲਾਜ਼ਮੀ ਪੰਜਾਬੀ ਦੇ ਸਿਲੇਬਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਤੁਹਾਡੇ ਨਾਲ ਮੈਂ ਸੰਖੇਪ ਜਿਹੀ ਭਾਈ ਵੀਰ ਸਿੰਘ ਬਾਰੇ ਗੱਲ ਕਰਾਂਗੀ। ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਲਿਖਾਰੀ ਸਨ, ਜਿਸ ਨੇ ਪੰਜਾਬੀ ਸਾਹਿਤ ਦੇ ਹਰ ਰੂਪ ਨੂੰ ਪ੍ਰਫੁੱਲਿਤ ਕੀਤਾ। ਆਧੁਨਿਕ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਉਹਨਾਂ ਦਾ ਮਹੱਤਵਪੂਰਨ ਯੋਗਦਾਨ ਹੈ। ਉਹ ਉੱਚ ਕੋਟੀ ਦੇ ਰਹੱਸਵਾਦੀ ਅਤੇ ਅਧਿਆਤਮਕ ਕਵੀ ਸਨ ਅਤੇ ਗੁਰਮਤਿ ਵਿਚਾਰਧਾਰਾ ਦੇ ਸ਼੍ਰੋਮਣੀ ਵਿਆਖਿਆਕਾਰ ਸਨ। ਇਸੇ ਲਈ ਉਹਨਾਂ ਨੂੰ ਆਧੁਨਿਕ ਸਮੇਂ ਦਾ ਭਾਈ ਗੁਰਦਾਸ ਵੀ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਇਸ ਕਵਿਤਾ ਬਾਰੇ। ਡਾਲੀ ਨਾਲੋਂ ਤੋੜਨਾ ਸਾਨੂੰ, ਅਸਾਂ ਹੱਟ ਮਹਿਕਦੀ ਲਾਈ। ਇਸ ਰੁਬਾਈ ਵਿੱਚ ਕਵੀ ਨੇ ਗੁਲਾਬ ਦੇ ਫੁੱਲ ਦੇ ਮਾਧਿਅਮ ਰਾਹੀਂ ਇਹ ਉਪਦੇਸ਼ ਦਿੱਤਾ ਹੈ ਕਿ ਪ੍ਰਾਕਿਰਤਿਕ ਸੁਹਜ ਕੇਵਲ ਦੇਖਣ ਅਤੇ ਮਾਣਨ ਦੀ ਵਸਤੂ ਹੈ। ਕਵੀ ਕਹਿੰਦਾ ਹੈ ਕਿ ਗੁਲਾਬ ਦਾ ਫੁੱਲ ਆਪਣੇ ਤੋੜਨ ਵਾਲੇ ਨੂੰ ਸੰਬੋਧਿਤ ਹੋ ਕੇ ਆਖਦਾ ਹੈ ਕਿ ਉਸ ਨੂੰ ਟਾਹਣੀ ਨਾਲੋਂ ਨਾ ਤੋੜਿਆ ਜਾਵੇ, ਕਿਉਂਕਿ ਉਸ ਨੇ ਸੁਗੰਧੀਆਂ ਵਾਲੀ ਹੱਟੀ ਲਾਈ ਹੋਈ ਹੈ। ਲੱਖ ਗਾਹਕ ਦੇ ਸੁੰਘੇ ਆ ਕੇ ਖਾਲੀ ਇੱਕ ਨਾ ਜਾਈ, ਤੂੰ ਜੋ ਇੱਕ ਤੋੜ ਕੇ ਲੈ ਗਿਓ, ਇੱਕ ਜੋ ਗਾ ਰਹਿ ਜਾਸਾ, ਉਹ ਵੀ ਭਲਕ ਝਲਕ ਦਾ ਮੇਲਾ, ਰੂਪ ਮਹਿਕ ਨ ਸਜਾਈ। ਉਹ ਕਹਿੰਦਾ ਹੈ, ਕਵੀ ਕਹਿੰਦਾ ਹੈ ਕਿ ਜੇਕਰ ਕੋਈ ਗਾਹਕ ਵੀ ਉਸ ਨੂੰ ਆ ਕੇ ਸੁੰਘੇ ਤਾਂ ਉਸ ਨੂੰ ਖਾਲੀ ਨਹੀਂ ਮੁੜਨਾ ਪਵੇਗਾ, ਭਾਵ ਸਾਰਿਆਂ ਨੂੰ ਉਸ ਦੀ ਖੁਸ਼ਬੂ ਸੁਗੰਧੀ ਪ੍ਰਾਪਤ ਹੋਵੇਗੀ। ਪਰੰਤੂ ਜੇਕਰ ਉਸ ਨੂੰ ਤੋੜ ਲਿਆ ਗਿਆ ਤਾਂ ਇਹ ਫੁੱਲ ਤੋੜਨ ਵਾਲੇ ਦਾ ਹੀ ਹੋ ਕੇ ਰਹਿ ਜਾਵੇਗਾ, ਅਤੇ ਇਹ ਵੀ ਸਥਾਈ ਰੂਪ ਵਿੱਚ ਨਹੀਂ, ਸਗੋਂ ਉਸ ਦੀ ਸੁੰਦਰਤਾ ਅਤੇ ਸੁਗੰਧੀ ਵੀ ਪਲਕ ਦੇ ਝਲਕਾਰੇ ਜਿੰਨੀ ਹੀ ਹੋਵੇਗੀ, ਭਾਵ ਇਹ ਜਲਦੀ ਖਤਮ ਹੋ ਜਾਵੇਗੀ। ਇਸ ਤਰ੍ਹਾਂ ਕਵੀ ਦੱਸਦਾ ਹੈ ਕਿ ਪ੍ਰਾਕਿਰਤਿਕ ਸੁਹਜ ਕੇਵਲ ਦੇਖਣ ਅਤੇ ਮਾਣਨ ਦੀ ਵਸਤੂ ਹੈ। ਇਸ ਉੱਪਰ ਕਬਜ਼ਾ ਕਰਨ ਦੀ ਇੱਛਾ ਸੁੰਦਰਤਾ ਅਤੇ ਵਿਨਾਸ਼ ਦਾ ਕਾਰਨ ਬਣਦੀ ਹੈ ਅਤੇ ਕਿਸੇ ਦੇ ਪੱਲੇ ਕੁਝ ਨਹੀਂ ਪੈਂਦਾ। ਹੁਣ ਅਸੀਂ ਆਪਣੀ ਅਗਲੀ ਕਵਿਤਾ ਬਾਰੇ ਗੱਲ ਕਰਾਂਗੇ, ਜਿਸ ਦਾ ਨਾਮ ਹੈ ਵਿਛੋੜਾ ਵਸਲ। ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਵੀ ਧਰਿਆ, ਰੰਗ ਨਾ ਇਸ ਵਟਾਇਆ। ਵਿਛੜ ਕੇ ਕਾਲਕ ਸੀ ਆਈ, ਬਿਨ ਮਿਲਿਆ ਨਹੀਂ ਲੈਂਦੀ, ਅੰਗ ਅੱਗ ਦੇ ਲਾ ਕੇ ਦੇਖੋ, ਚੜ੍ਹਦਾ ਰੂਪ ਸਵਾਇਆ। ਇਸ ਕਵਿਤਾ ਵਿੱਚ ਕਵੀ ਕੋਲੇ ਦੇ ਬਿੰਬ ਰਾਹੀਂ ਇਹ ਸਮਝਾਉਂਦਾ ਹੈ ਕਿ ਉਸ ਦੀ ਕਾਲਕ, ਭਾਵ ਕੋਲੇ ਦੀ ਕਾਲਕ, ਕਈ ਯਤਨਾਂ ਦੇ ਬਾਵਜੂਦ ਦੂਰ ਨਹੀਂ ਹੁੰਦੀ, ਪਰ ਅੱਗ ਦੇ ਸੰਪਰਕ ਵਿੱਚ ਆ ਕੇ ਹੋ ਜਾਂਦੀ ਹੈ। ਇਸੇ ਤਰ੍ਹਾਂ ਮਨੁੱਖੀ ਜੀਵਨ ਵਿੱਚ ਵਿਛੋੜੇ ਦੀ ਕਾਲਕ ਪ੍ਰਭੂ ਦੇ ਮਿਲਾਪ ਨਾਲ ਹੀ ਦੂਰ ਹੁੰਦੀ ਹੈ।
ਕਵੀ ਮਨੁੱਖ ਨੂੰ ਕਹਿੰਦਾ ਹੈ ਕਿ ਕੋਲੇ ਨੂੰ ਸਾਬਣ ਲਾ ਲਾ ਕੇ ਧੋਇਆ, ਉਸ ਨੂੰ ਦੁੱਧ ਦਹੀਂ ਵਿੱਚ ਵੀ ਪਾਇਆ, ਉਸ ਨੂੰ ਰੰਗ ਚਾੜ੍ਹਨ ਦੀ ਪ੍ਰਕਿਰਿਆ ਵਿੱਚ ਵੀ ਪਾਇਆ ਗਿਆ, ਪਰੰਤੂ ਫਿਰ ਵੀ ਕੋਲੇ ਨੇ ਆਪਣਾ ਰੂਪ ਨਹੀਂ ਬਦਲਿਆ, ਨਾ ਹੀ ਕਾਲਖ ਨੇ ਆਪਣਾ ਰੰਗ ਬਦਲਿਆ, ਭਾਵ ਉਹ ਕੋਲਾ ਕਾਲਾ ਹੀ ਰਿਹਾ। ਫਿਰ ਕੋਲੇ ਨੂੰ ਅੱਗ ਦਿੱਤੀ ਗਈ ਤਾਂ ਕੋਲੇ ਦੀ ਕਾਲਖ ਨੇ ਆਪਣਾ ਝੱਟ ਹੀ ਰੰਗ ਬਦਲ ਲਿਆ। ਤੁਸੀਂ ਦੇਖਿਆ ਹੋਣਾ ਕਿ ਜਿਹੜਾ ਕੋਲਾ ਆ, ਜੇ ਉਹਨੂੰ ਅੱਗ ਵਿੱਚ ਪਾਈਏ ਤਾਂ ਉਹ ਜਿਹੜਾ ਹੈ ਕਿ ਲਾਲ ਜਿਹਾ ਹੋ ਜਾਂਦਾ ਆ। ਇਸ ਲਈ ਕਹਿੰਦਾ ਹੈ ਕਿ ਅਰਥਾਤ ਦੁਨਿਆਵੀ ਰੰਗ ਅਤੇ ਕੰਮ ਸਭ ਕੁਝ ਵਿਕਾਰਾਂ ਦਾ ਹੀ ਰੂਪ ਹੈ। ਅਸਲ ਰੰਗ ਤਾਂ ਪਰਮਾਤਮਾ ਦੀ ਬਖਸ਼ਿਸ਼ ਹੈ। ਉਸ ਪ੍ਰਭੂ ਦਾ ਅੱਗ ਰੂਪੀ ਨਿੱਘ ਅਤੇ ਪਿਆਰ ਦੀ ਜਿੰਨੀ ਦੇਰ ਕਿਰਪਾ ਨਹੀਂ ਹੁੰਦੀ, ਉਨੀ ਦੇਰ ਪ੍ਰਾਣੀ ਦਾ ਹਿਰਦਾ ਸ਼ੁੱਧ ਨਹੀਂ ਹੋ ਸਕਦਾ। ਇਸ ਤਰ੍ਹਾਂ ਕਵੀ ਵਸਲ ਤੇ ਵਿਛੋੜੇ ਦੀ ਸਥੂਲ ਤੇ ਸੂਖਮ ਪ੍ਰਕਿਰਿਆ ਵਿੱਚ ਵੀ ਨਖੇੜਾ ਕਰ ਜਾਂਦਾ ਹੈ। ਧੰਨਵਾਦ।